ਸਤਿ ਸ਼੍ਰੀ ਅਕਾਲ। ਅਨਟੋਲਡ ਪੰਜਾਬ ਵਿੱਚ ਆਪਾਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇਰਾਕ ਦੇ ਤਾਨਾਸ਼ਾਹ ਸੱਦਾਮ ਹੁਸੈਨ ਬਾਰੇ। ਸੱਦਾਮ ਹੁਸੈਨ ਦਾ ਜਨਮ 28 ਅਪ੍ਰੈਲ 1937 ਨੂੰ ਹੋਇਆ ਅਤੇ ਉਸ ਦੀ ਮਾਤਾ ਦਾ ਨਾਮ ਸਵਾਤੁਲਫਾਹ ਅਲ ਮੁਸੱਲਤ ਸੀਗਾ। ਅਤੇ ਜਨਮ ਲੈਣ ਤੋਂ ਬਾਅਦ ਸੱਦਾਮ ਦੀ ਮਾਂ ਨੇ ਸੱਦਾਮ ਨੂੰ ਉਸਦੇ ਮਾਮਾ ਖੈਰ ਅਲ ਤੁਲਫਾਹ ਨੂੰ ਸੌਂਪ ਦਿੱਤਾ ਅਤੇ ਖੈਰ ਅਲ ਤੁਲਫਾਹ ਨੇ ਹੀ ਸੱਦਾਮ ਦਾ ਪਾਲਣ ਪੋਸ਼ਣ ਕੀਤਾ। ਪਾਲਣ ਪੋਸ਼ਣ ਤਾਂ ਉਸਨੇ ਕੀਤਾ, ਲੇਕਿਨ 10 ਸਾਲ ਦੀ ਛੋਟੀ ਜਿਹੀ ਉਮਰ ਤੋਂ ਹੀ ਉਸਨੂੰ ਖੂਨ ਖਰਾਬੇ ਦੀ ਗੰਦੀ ਦੁਨੀਆ ਵਿੱਚ ਪਾ ਦਿੱਤਾ, ਜਿਸ ਦੇ ਚੱਲਦਿਆਂ 13 ਸਾਲ ਦੀ ਉਮਰ ਤੱਕ ਸੱਦਾਮ ਇੱਕ ਖੂਨੀ ਬਣ ਚੁੱਕਿਆ ਸੀ। ਅਤੇ 1957 ਵਿੱਚ ਸੱਦਾਮ ਹੁਸੈਨ ਨੇ ਸੈਕੰਡਰੀ ਸਕੂਲ ਪਾਸ ਕਰ ਲਿਆ ਅਤੇ ਪਾਸ ਕਰਦੇ ਸਾਰ ਹੀ ਇਰਾਕ ਦੀ ਇੱਕ ਪੋਲੀਟੀਕਲ ਪਾਰਟੀ ਅਰਬ ਸੋਸ਼ਲਿਸਟ ਬਾਥ ਪਾਰਟੀ ਨੂੰ ਜੁਆਇਨ ਕਰ ਲਿਆ ਅਤੇ ਕੁਝ ਸਮੇਂ ਬਾਅਦ ਪਾਰਟੀ ਦੇ ਖਾਤਰ 7 ਅਕਤੂਬਰ 1959 ਨੂੰ ਉਹਨੇ ਆਪਣੇ ਹੀ ਦੇਸ਼ ਦੇ ਪ੍ਰੈਜ਼ੀਡੈਂਟ ਅਬਦਲ ਕਰੀਮ ਕਾਸਿਮ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਯੋਜਨਾ ਦੇ ਮੁਤਾਬਕ ਸੱਦਾਮ ਅਤੇ ਉਸਦੇ ਸਾਥੀ AK-47 ਵਰਗੇ ਮਾਰੂ ਹਥਿਆਰ ਲੈ ਕੇ ਰਾਸਤੇ ਦੇ ਦੋਨੇ ਪਾਸੇ ਲੁੱਕ ਕੇ ਬੈਠ ਗਏ ਅਤੇ ਪ੍ਰੈਜ਼ੀਡੈਂਟ ਦੀ ਆਉਣ ਦੀ ਵੇਟ ਕਰਨ ਲੱਗੇ। ਜਦੋਂ ਹੀ ਕਾਸਿਮ ਦੀ ਗੱਡੀ ਉੱਥੇ ਆਈ, ਸੱਦਾਮ ਅਤੇ ਉਸਦੇ ਸਾਥੀਆਂ ਨੇ ਦੋਨੇ ਪਾਸਿਓਂ ਗੋਲੀਆਂ ਦੀਆਂ ਬੌਛਾਰਾਂ ਕਰ ਦਿੱਤੀਆਂ, ਜਿਨ੍ਹਾਂ ਵਿੱਚ ਇੱਕ ਗੋਲੀ ਜਾ ਕੇ ਸੱਦਾਮ ਹੁਸੈਨ ਦੇ ਆਪਣੇ ਹੀ ਪੈਰ ਵਿੱਚ ਲੱਗ ਗਈ। ਲੇਕਿਨ ਉਸ ਸਮੇਂ ਵਿੱਚ ਸ਼ਾਇਦ ਸੱਦਾਮ ਹੁਸੈਨ ਦੀ ਕਿਸਮਤ ਮਾੜੀ ਰਹੀ ਅਤੇ ਪ੍ਰੈਜ਼ੀਡੈਂਟ ਕਾਸਿਮ ਬਚ ਗਿਆ, ਪਰ ਮੌਕੇ ਤੋਂ ਸੱਦਾਮ ਹੁਸੈਨ ਅਤੇ ਉਸਦੇ ਸਾਥੀ ਉੱਥੋਂ ਫਰਾਰ ਹੋਣ ਵਿੱਚ ਕਾਮਯਾਬ ਰਹੇ ਅਤੇ ਬਾਅਦ ਵਿੱਚ ਪ੍ਰੈਜ਼ੀਡੈਂਟ ਅਬਦਲ ਕਰੀਮ ਕਾਸਿਮ ਨੇ ਸੱਦਾਮ ਹੁਸੈਨ ਅਤੇ ਉਸਦੇ ਸਾਥੀਆਂ ਨੂੰ ਮਾਰਨ ਦੇ ਹੁਕਮ ਦੇ ਦਿੱਤੇ ਅਤੇ ਸੱਦਾਮ ਹੁਸੈਨ ਦੇ ਸਾਰੇ ਸਾਥੀ ਇੱਕ ਇੱਕ ਕਰਕੇ ਮਾਰੇ ਜਾਣ ਲੱਗੇ। ਲੇਕਿਨ ਮਿਸ਼ਨ ਟੂ ਕਿਲ ਕਾਸਿਮ ਦਾ ਲੀਡਰ ਸੱਦਾਮ ਹੁਸੈਨ ਹਜੇ ਵੀ ਫਰਾਰ ਸੀ ਅਤੇ ਸੱਦਾਮ ਹੁਸੈਨ ਆਪਣੀ ਜਾਨ ਬਚਾਉਂਦਾ ਹੋਇਆ ਇਰਾਕ ਤੋਂ ਸੀਰੀਆ ਚਲ ਗਿਆ ਅਤੇ ਸੀਰੀਆ ਤੋਂ ਇਜਿਪਟ। 1963 ਵਿੱਚ ਬਾਥ ਪਾਰਟੀ ਦੇ ਮੈਂਬਰਾਂ ਨੇ ਕਾਨੂੰਨ ਨੂੰ ਤੋੜ ਮਰੋੜ ਕੇ ਕਾਸਿਮ ਨੂੰ ਫਾਂਸੀ ਚੜ੍ਹਾ ਦਿੱਤਾ ਅਤੇ ਇਹ ਖਬਰ ਸੁਣ ਕੇ ਸੱਦਾਮ ਹੁਸੈਨ ਬਹੁਤ ਹੀ ਖੁਸ਼ ਹੋਇਆ ਅਤੇ ਇਰਾਕ ਵਾਪਸ ਆ ਗਿਆ। ਜਦੋਂ ਹੀ ਸੱਦਾਮ ਹੁਸੈਨ ਇਰਾਕ ਵਾਪਸ ਆਇਆ ਤਾਂ ਉਸਦੀ ਪਾਰਟੀ ਵਿੱਚ ਬਹੁਤ ਹੀ ਰਗੜੇ ਝਗੜੇ ਚੱਲਦੇ ਪਏ ਸੀ, ਜਿਸ ਦੇ ਚੱਲਦੇ ਹੋਏ ਸੱਦਾਮ ਹੁਸੈਨ ਨੂੰ 2 ਸਾਲ ਲਈ ਜੇਲ੍ਹ ਜਾਣਾ ਪਿਆ। 1966 ਵਿੱਚ ਜਦੋਂ ਸੱਦਾਮ ਹੁਸੈਨ ਜੇਲ੍ਹ ਵਿੱਚੋਂ ਬਾਹਰ ਆਇਆ ਤਾਂ ਬਾਥ ਪਾਰਟੀ ਦੇ ਇੱਕ ਖਾਸ ਆਦਮੀ ਜਿਹਦਾ ਨਾਮ ਅਹਿਮਦ ਹਸਨ ਅਲ ਬਕਰ ਸੀ, ਜੋ ਕਿ ਸੱਦਾਮ ਹੁਸੈਨ ਦਾ ਕਜ਼ਨ ਵੀ ਸੀ, ਉਸਨੇ ਪਾਰਟੀ ਦੀ ਸੁਰੱਖਿਆ ਦਾ ਜ਼ਿੰਮਾ ਸੱਦਾਮ ਹੁਸੈਨ ਨੂੰ ਡਿਪਟੀ ਸੈਕਟਰੀ ਆਫ ਰੀਜਨਲ ਕਮਾਂਡ ਬਣਾ ਕੇ ਦੇ ਦਿੱਤਾ ਅਤੇ ਇਸੇ ਟਾਈਮ ਵਿੱਚ ਸੱਦਾਮ ਹੁਸੈਨ ਨੇ ਪਾਰਟੀ ਦੇ ਸਾਰੇ ਵਿਰੋਧੀਆਂ ਨੂੰ ਫੜ ਕੇ ਬਹੁਤ ਹੀ ਜ਼ਿਆਦਾ ਟੌਰਚਰ ਕੀਤਾ ਅਤੇ ਉਸਨੇ 107 ਟੌਰਚਰ ਮੈਥਡਸ ਦੀ ਲਿਸਟ ਤੱਕ ਛਾਪ ਦਿੱਤੀ ਸੀ ਅਤੇ ਉਸਦੇ ਟੌਰਚਰ ਕਰਨ ਦੇ ਤਰੀਕਿਆਂ ਵਿੱਚ ਦੰਦ ਅਤੇ ਨਹੁੰ ਪੁੱਟਣਾ, ਬਿਜਲੀ ਦੇ ਝਟਕੇ ਦੇਣਾ, ਉਲਟਾ ਲਮਕਾ ਕੇ ਬੰਦੇ ਨੂੰ ਕੁੱਟਣਾ ਅਤੇ ਅੱਖਾਂ ਵਿੱਚ ਜਲਦੀ ਹੋਈ ਸਿਗਰਟ ਲਾ ਦੇਣਾ, ਇਹ ਤਰੀਕੇ ਸ਼ਾਮਲ ਸਨ। ਅਤੇ ਹੁਣ ਆਪਾਂ ਗੱਲ ਕਰਦੇ ਹਾਂ 1968 ਦੀ। 1968 ਵਿੱਚ ਅਹਿਮਦ ਹਸਨ ਅਲ ਬਕਰ ਇਰਾਕ ਦਾ ਪ੍ਰੈਜ਼ੀਡੈਂਟ ਬਣ ਗਿਆ ਅਤੇ ਨਾਲ ਹੀ ਸੱਦਾਮ ਹੁਸੈਨ ਇਰਾਕ ਦਾ ਵਾਈਸ ਪ੍ਰੈਜ਼ੀਡੈਂਟ ਬਣ ਗਿਆ। ਪਾਵਰ ਵਿੱਚ ਆਉਣ ਦੇ ਨਾਲ ਹੀ ਉਸਨੇ 27 ਜਨਵਰੀ 1969 ਨੂੰ ਉਸਨੇ ਘੱਟ ਗਿਣਤੀ ਵਾਲੇ 14 ਯੂਜ਼ ਲੋਕਾਂ ਨੂੰ ਫੜ ਲਿਆ ਅਤੇ ਉਹਨਾਂ ਉੱਤੇ ਇਜ਼ਰਾਈਲ ਦੇ ਜਸੂਸ ਹੋਣ ਦਾ ਐਲੀਗੇਸ਼ਨ ਲਾ ਦਿੱਤਾ ਅਤੇ ਬਗਦਾਦ ਵਿੱਚ ਸ਼ਰੇਆਮ ਫਾਂਸੀ ਉੱਤੇ ਚੜ੍ਹਾ ਦਿੱਤਾ। ਇਹ ਸਭ ਕੁਝ ਕਰਨ ਤੋਂ ਬਾਅਦ ਸੱਦਾਮ ਹੁਸੈਨ ਨੇ ਇਰਾਕ ਦੇ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਸੁਧਾਰਨ ਬਾਰੇ ਸੋਚਿਆ ਅਤੇ ਉਸਨੇ ਇਰਾਕ ਦੇ ਲੋਕਾਂ ਨੂੰ ਇਲੈਕਟ੍ਰਿਸਿਟੀ, ਫ੍ਰੀ ਐਜੂਕੇਸ਼ਨ, ਫਾਰਮਰ ਸਬਸਿਡੀ, ਫ੍ਰੀ ਹੈਲਥ ਕੇਅਰ ਫॉर ਸੋਲਜਰ, ਇਹੋ ਜਿਹੀਆਂ ਕਈ ਸੁਵਿਧਾਵਾਂ ਦਿੱਤੀਆਂ, ਜਿਹਦੇ ਕਰਕੇ ਉਹਦੀ ਲੋਕਪ੍ਰਿਅਤਾ ਇਰਾਕ ਦੇ ਲੋਕਾਂ ਵਿੱਚ ਬਹੁਤ ਹੀ ਵੱਧ ਗਈ ਸੀ। ਇਹ ਸਭ ਚੀਜ਼ਾਂ ਦੇ ਚੱਲਦੇ ਹੋਏ ਯੂਨੈਸਕੋ ਨੇ ਵਾਈਸ ਪ੍ਰੈਜ਼ੀਡੈਂਟ ਆਫ ਇਰਾਕ ਸੱਦਾਮ ਹੁਸੈਨ ਨੂੰ ਕਈ ਅਵਾਰਡ ਵੀ ਦਿੱਤੇ। ਸੱਦਾਮ ਹੁਸੈਨ ਨੇ ਇਰਾਕ ਦੇ ਤੇਲ ਨੂੰ ਨੈਸ਼ਨਲਾਈਜ਼ ਕਰ ਦਿੱਤਾ, ਜਿਹਦੇ ਕਰਕੇ ਇਰਾਕ ਇੱਕ ਵਰਲਡ ਦਾ ਆਇਲ ਹੱਬ ਬਣ ਗਿਆ, ਜਿਸ ਦੇ ਕਰਕੇ ਇਰਾਕ ਦੇ ਹਾਲਾਤ ਬਹੁਤ ਹੀ ਸੁਧਰ ਗਏ ਅਤੇ ਪੈਸੇ ਦੀ ਕੋਈ ਕਮੀ ਨਾ ਰਹੀ। ਇਹ ਸਭ ਚੀਜ਼ਾਂ ਦੇਖ ਕੇ ਇਰਾਕ ਦੇ ਲੋਕ ਬਹੁਤ ਹੀ ਖੁਸ਼ਹਾਲ ਹੋ ਗਏ ਸਨ ਅਤੇ ਸੱਦਾਮ ਹੁਸੈਨ ਨੂੰ ਇੱਕ ਮਸੀਹੀ ਦੀ ਤਰ੍ਹਾਂ ਦੇਖਣ ਲੱਗ ਪਏ ਸਨ। ਅਤੇ ਫਿਰ ਸੱਦਾਮ ਹੁਸੈਨ ਨੇ ਹਥਿਆਰ ਖਰੀਦਣ ਵੱਲ ਜ਼ੋਰ ਦਿੱਤਾ। ਉਸ ਸਮੇਂ ਵਿੱਚ ਅਲ ਬਕਰ ਦੇ ਪ੍ਰੈਜ਼ੀਡੈਂਟ ਹੁੰਦੇ ਹੋਏ ਵੀ ਲੋਕ ਸੱਦਾਮ ਨੂੰ ਜ਼ਿਆਦਾ ਮੰਨਣ ਲੱਗ ਪਏ ਸੀ ਅਤੇ ਉਸ ਨੂੰ ਆਪਣਾ ਮਸੀਹਾ ਸਮਝਦੇ ਸਨ। ਇਹ ਸਭ ਚੀਜ਼ਾਂ ਦੇਖ ਕੇ ਅਲ ਬਕਰ ਨੂੰ ਆਪਣੀ ਕੁਰਸੀ ਖਤਰੇ ਵਿੱਚ ਲੱਗੀ ਅਤੇ ਉਸਨੇ ਜਾ ਕੇ ਸੀਰੀਆ ਨਾਲ ਹੱਥ ਮਿਲਾ ਲਿਆ ਅਤੇ ਉਸਦੇ ਕੁਝ ਕਰਨ ਤੋਂ ਪਹਿਲਾਂ ਹੀ ਸੱਦਾਮ ਹੁਸੈਨ ਇਹ ਚੀਜ਼ਾਂ ਸਮਝ ਗਿਆ ਅਤੇ ਉਸਨੇ ਉਸ 'ਤੇ ਦਬਾਅ ਬਣਾ ਕੇ ਉਸ ਨੂੰ ਆਪਣਾ ਅਸਤੀਫਾ ਦੇਣ 'ਤੇ ਮਜਬੂਰ ਕਰ ਦਿੱਤਾ। ਅਲ ਬਕਰ ਦੇ ਅਸਤੀਫਾ ਦੇਣ ਤੋਂ ਬਾਅਦ ਹੀ 16 ਜੁਲਾਈ 1979 ਵਿੱਚ ਸਾਰੀ ਪਾਵਰ ਸੱਦਾਮ ਹੁਸੈਨ ਦੇ ਹੱਥ ਵਿੱਚ ਆ ਗਈ ਅਤੇ ਜਦੋਂ ਹੀ ਪਾਵਰ ਮਿਲੀ ਉਸ ਦੇ ਬਾਅਦ ਹੀ ਉਸਨੇ
ਸਭ ਤੋਂ ਪਹਿਲਾਂ ਇੱਕ ਬੈਠਕ ਬੁਲਾਈ ਅਤੇ ਜਿੰਨੇ ਵੀ ਸਦਾਮ ਹੁਸੈਨ ਦਾ ਵਿਰੋਧ ਕਰਦੇ ਸੀ ਉਹਨੇ 68 ਜਾਣੇ ਚੁਣ ਕੇ ਬਾਹਰ ਕੱਢੇ ਅਤੇ ਜਿਨ੍ਹਾਂ ਵਿੱਚੋਂ 22 ਨੂੰ ਸ਼ਰੇਆਮ ਫਾਂਸੀ ਉੱਤੇ ਚੜ੍ਹਾ ਦਿੱਤਾ। ਅਤੇ ਅਗਸਤ 1779 ਤੱਕ ਉਹਨੇ ਆਪਣੇ ਸਾਰੇ ਵਿਰੋਧੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਸਮੇਂ ਵਿੱਚ ਇਰਾਕ ਦੇ ਗਵਾਂਢੀ ਦੇਸ਼ ਈਰਾਨ ਵਿੱਚ ਇਸਲਾਮਿਕ ਰੈਵੋਲੂਸ਼ਨ ਆਪਣੇ ਚਰਮ 'ਤੇ ਸੀ, ਜਿਸ ਨੇ 2500 ਸਾਲ ਪੁਰਾਣੇ ਰਾਜ ਨੂੰ ਜੜ੍ਹ ਤੋਂ ਉਖਾੜ ਸੁੱਟਿਆ। ਇਹ ਸਭ ਦੇਖਦੇ ਹੋਏ ਸਦਾਮ ਹੁਸੈਨ ਨੂੰ ਵੀ ਆਪਣੀ ਕੁਰਸੀ ਖਤਰੇ ਵਿੱਚ ਲੱਗੀ, ਕਿਉਂਕਿ ਇਰਾਕ ਵੀ ਇੱਕ ਸ਼ੀਆ ਮੁਸਲਮਾਨਾਂ ਦਾ ਦੇਸ਼ ਸੀ ਅਤੇ ਸਦਾਮ ਹੁਸੈਨ ਇੱਕ ਸੁੰਨੀ ਸੀ। ਇਹ ਸਭ ਚੀਜ਼ਾਂ ਦੇਖਦੇ ਹੋਏ 22 ਸਤੰਬਰ 1980 ਨੂੰ ਸਦਾਮ ਹੁਸੈਨ ਨੇ ਈਰਾਨ ਉੱਤੇ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਵਿੱਚ USA, ਸੋਵੀਅਤ ਯੂਨੀਅਨ, ਅਰਬ ਸਟੇਟਸ, ਚਾਈਨਾ, ਫਰਾਂਸ ਅਤੇ ਯੂਰਪ ਵਰਗੇ ਦੇਸ਼ ਇਰਾਕ ਦੇ ਨਾਲ ਸੀ ਅਤੇ ਇਹ ਸਭ ਦੇਸ਼ਾਂ ਨੇ ਈਰਾਨ ਵਿੱਚ ਇਸਲਾਮਿਕ ਰੈਵੋਲੂਸ਼ਨ ਨੂੰ ਖਤਮ ਕਰਨ ਲਈ ਸਦਾਮ ਹੁਸੈਨ ਦਾ ਸਾਥ ਦਿੱਤਾ। ਉਸ ਸਮੇਂ ਵਿੱਚ ਇਹਨਾਂ ਦੇਸ਼ਾਂ ਨੇ ਇਰਾਕ ਦਾ ਸਾਥ ਇਸ ਕਰਕੇ ਦਿੱਤਾ ਕਿਉਂਕਿ ਜੇ ਈਰਾਨ ਪਾਵਰ ਵਿੱਚ ਆਉਂਦਾ ਸੀ ਤਾਂ ਉਹਨਾਂ ਦੇ ਰੈਵੋਲੂਸ਼ਨ ਦੇ ਪ੍ਰੋਪੇਗੈਂਡੇ ਦਾ ਅਸਰ ਉਹਨਾਂ ਸਭ ਦੇਸ਼ਾਂ 'ਤੇ ਪੈਂਦਾ ਸੀ। 16 ਮਾਰਚ 1988 ਇਸ ਦਿਨ ਸਦਾਮ ਹੁਸੈਨ ਨੇ ਆਪਣੇ ਦੇਸ਼ ਦੇ ਕਰਡ ਮੁਸਲਮਾਨਾਂ ਉੱਤੇ ਡਬੋਨ ਨਾਮ ਦੀ ਇੱਕ ਜ਼ਹਿਰੀਲੀ ਗੈਸ ਨਾਲ ਹਮਲਾ ਕਰਵਾ ਦਿੱਤਾ, ਜਿਸ ਦੇ ਕਾਰਨ ਤਕਰੀਬਨ 10,000 ਦੇ ਕਰੀਬ ਲੋਕ ਹੈਂਡੀਕੈਪ ਹੋ ਗਏ ਅਤੇ ਕਈ ਦੀ ਮੌਤ ਹੋ ਗਈ। ਜਦੋਂ ਸਦਾਮ ਹੁਸੈਨ ਤੋਂ ਇਸ ਹਮਲੇ ਦਾ ਜਵਾਬ ਮੰਗਿਆ ਗਿਆ ਤਾਂ ਉਸਨੇ ਸਿੱਧਾ ਇਸ਼ਾਰਾ ਹੀ ਈਰਾਨ ਵੱਲ ਕਰ ਦਿੱਤਾ ਅਤੇ ਈਰਾਨ ਇਰਾਕ ਵਾਰ ਨੂੰ ਪੂਰੇ 8 ਸਾਲ ਹੋ ਚੁੱਕੇ ਸੀ। ਈਰਾਨ ਤੇ ਇਰਾਕ ਦੀ ਲੜਾਈ ਨੂੰ ਰੱਦ ਕਰ ਦਿੱਤਾ ਗਿਆ ਅਤੇ ਇਸ ਲੜਾਈ ਦੇ ਖਮਿਆਜੇ ਦੇ ਤੌਰ 'ਤੇ ਦੋਨਾਂ ਹੀ ਦੇਸ਼ਾਂ ਵਿੱਚ ਲਾਸ਼ਾਂ ਦੇ ਢੇਰ ਸੀ ਅਤੇ ਹੋਰ ਕੁਝ ਹਾਸਲ ਨਹੀਂ ਹੋਇਆ। ਇਰਾਕ ਅਤੇ ਈਰਾਨ ਵਾਰ ਦੇ ਬਾਅਦ ਜਿੰਨੇ ਵੀ ਦੇਸ਼ ਇਰਾਕ ਨੂੰ ਸਪੋਰਟ ਕਰਦੇ ਸੀ ਸਾਰੇ ਹੀ ਦੇਸ਼ ਬਿਲੀਅਨਸ ਡਾਲਰ ਦੇ ਕਰਜ਼ੇ ਦੇ ਥੱਲੇ ਆ ਗਏ ਅਤੇ ਇੰਨਾ ਕੁਝ ਕਰਨ ਤੋਂ ਬਾਅਦ ਸਦਾਮ ਹੁਸੈਨ ਨੇ ਆਪਣੇ ਆਪ ਨੂੰ ਵਿਜੇਤਾ ਘੋਸ਼ਿਤ ਕਰ ਦਿੱਤਾ ਅਤੇ ਇਰਾਕ ਵਿੱਚ ਹੈਂਡਸ ਆਫ ਵਿਕਟਰੀ ਨਾਂ ਦੀ ਇੱਕ ਸਿਟੀ ਬਣਾਈ, ਜਿਸ ਦੇ ਹਰ 10ਵੇਂ ਪੱਥਰ ਉੱਤੇ ਸਦਾਮ ਹੁਸੈਨ ਦਾ ਨਾਮ ਲਿਖਿਆ ਗਿਆ ਸੀ। ਅਤੇ ਆਪਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਉਸ ਸਮੇਂ ਵਿੱਚ ਇਰਾਕ ਦੇ ਹਾਲਾਤ ਬਹੁਤ ਹੀ ਜ਼ਿਆਦਾ ਨਾਜ਼ੁਕ ਹੋ ਗਏ ਸੀ ਅਤੇ 1 ਲੱਖ ਦੇ ਕਰੀਬ ਲੋਕ, ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਸ਼ਾਮਲ ਸਨ, ਭੁੱਖਮਰੀ ਦੇ ਕਾਰਨ ਮਾਰੇ ਗਏ। ਪਰ ਸਦਾਮ ਹੁਸੈਨ ਨੂੰ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਸੀ। ਉਹ ਆਪਣੀ ਤਾਨਾਸ਼ਾਹੀ ਦੇ ਪੂਰੇ ਚਰਮ 'ਤੇ ਸੀ। ਉਸ ਤੋਂ ਬਾਅਦ ਉਹਨੇ ਹਰ ਇੱਕ ਜਨਮ ਦਿਨ 'ਤੇ ਆਪਣੇ ਲੋਕਾਂ ਨੂੰ ਆਪਣਾ ਇੱਕ ਸਟੈਚੂ ਗਿਫਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਨੇ ਕੁਝ ਜ਼ਰੂਰੀ ਸ਼ਰਤਾਂ ਰੱਖੀਆਂ ਲੋਕਾਂ ਦੇ ਨਾਲ, ਜਿਸ ਵਿੱਚ ਸਦਾਮ ਹੁਸੈਨ ਦੀ ਫੋਟੋ ਹਰ ਇੱਕ ਦੇ ਘਰ ਵਿੱਚ ਹੋਣਾ ਲਾਜ਼ਮੀ ਸੀ। 2 ਅਗਸਤ 1990 ਸਦਾਮ ਹੁਸੈਨ ਨੇ ਕੁਵੈਤ ਉੱਤੇ ਹਮਲਾ ਕਰ ਦਿੱਤਾ ਅਤੇ ਹਮਲਾ ਕਰਨ ਦੇ 2 ਮੁੱਖ ਕਾਰਨ ਦੱਸੇ ਜਾਂਦੇ ਹਨ। ਪਹਿਲਾ ਕਿ ਸਦਾਮ ਹੁਸੈਨ ਨੇ ਆਰੋਪ ਲਗਾਇਆ ਕਿ ਕੁਵੈਤ ਉਸ ਦਾ ਪੈਟਰੋਲੀਅਮ ਚੋਰੀ ਕਰਦਾ ਹੈ ਅਤੇ ਦੂਸਰਾ ਮੁੱਖ ਕਾਰਨ ਦੱਸਿਆ ਜਾਂਦਾ ਹੈ ਕਿ ਕੁਵੈਤ ਦੇ ਕਿਸੇ ਮਿਨਿਸਟਰ ਨੇ ਸਦਾਮ ਹੁਸੈਨ ਦੇ ਫਾਈਨੈਂਸ ਮਿਨਿਸਟਰ ਨੂੰ ਇੰਨੀ ਗੱਲ ਕਹਿ ਦਿੱਤੀ ਸੀ ਕਿ ਇਰਾਕ ਦੀਆਂ ਔਰਤਾਂ ਕੁਵੈਤ ਨੂੰ ਭੇਜੋ ਅਤੇ ਇਸ ਗੱਲ ਦਾ ਜਦੋਂ ਸਦਾਮ ਹੁਸੈਨ ਨੂੰ ਪਤਾ ਲੱਗਾ ਤਾਂ ਉਸਨੇ ਨਾਲ ਹੀ 1 ਲੱਖ ਦੀ ਫੌਜ ਭੇਜ ਕੇ ਕੁਵੈਤ ਉੱਤੇ ਹਮਲਾ ਕਰਵਾ ਦਿੱਤਾ। ਪਰ ਇਸ ਹਮਲੇ ਦਾ ਅੰਜਾਮ ਕੁਝ ਚੰਗਾ ਨਾ ਰਿਹਾ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵਿੱਚ ਸਦਾਮ ਦਾ ਸਾਥ ਕਿਸੇ ਦੇਸ਼ ਨੇ ਵੀ ਨਾ ਦਿੱਤਾ ਅਤੇ ਰਸ਼ੀਆ, ਸੀਰੀਆ, ਇਜਿਪਟ ਤੇ US ਵਰਗੇ ਇਹ ਸਾਰੇ ਦੇਸ਼ ਮਿਲ ਕੇ ਕੁਵੈਤ ਦੇ ਨਾਲ ਖੜ ਗਏ ਅਤੇ ਇਰਾਕ ਨੂੰ ਉਹਨਾਂ ਦੀ ਜ਼ਮੀਨ ਤੋਂ ਖਦੇੜ ਕੇ ਬਾਹਰ ਸੁੱਟ ਦਿੱਤਾ। ਅਤੇ ਇਹ ਸਭ ਚੀਜ਼ਾਂ ਦੇਖਦੇ ਹੋਏ UN ਨੇ ਇਰਾਕ ਦੇ ਇੰਪੋਰਟ ਅਤੇ ਐਕਸਪੋਰਟ 'ਤੇ ਬੈਨ ਲਗਾ ਦਿੱਤਾ, ਉਦੋਂ ਤੱਕ ਜਦੋਂ ਤੱਕ ਕਿ ਸਦਾਮ ਹੁਸੈਨ ਸਾਰੇ ਹੀ ਵੈਪਨ ਇਰਾਕ ਵਿੱਚੋਂ ਬਾਹਰ ਨਹੀਂ ਕੱਢ ਦਿੰਦਾ। ਅਤੇ ਇਸ ਦੇ ਨਾਲ ਹੀ ਸਦਾਮ ਹੁਸੈਨ ਦਾ ਮਾੜਾ ਟਾਈਮ ਸ਼ੁਰੂ ਹੋ ਗਿਆ ਸੀ। ਅਤੇ ਇਸ ਤੋਂ ਕੁਛ ਸਮੇਂ ਬਾਅਦ ਹੀ 9/11 ਦਾ ਅਟੈਕ, ਜੋ ਕਿ ਅਮਰੀਕਾ ਦੇ ਉੱਤੇ ਹੋਇਆ ਸੀ ਅਤੇ ਅੱਤਵਾਦ ਅਤੇ ਤਾਨਾਸ਼ਾਹੀ ਦੇ ਨਾਮ 'ਤੇ ਅਮਰੀਕਾ ਨੇ ਇਸ ਹਮਲੇ ਦਾ ਜ਼ਿੰਮੇਵਾਰ ਵੀ ਸਦਾਮ ਹੁਸੈਨ ਨੂੰ ਠਹਿਰਾ ਦਿੱਤਾ। ਅਤੇ ਇਸ ਤੋਂ ਬਾਅਦ ਆਪਰੇਸ਼ਨ ਇਰਾਕ ਫਰੀडम ਮਾਰਚ 2003 ਨੂੰ US ਮਿਲਟਰੀ ਵੱਲੋਂ ਚਲਾਇਆ ਗਿਆ ਅਤੇ 9 ਅਪ੍ਰੈਲ 2003 ਵਿੱਚ ਹੀ ਇਰਾਕ ਨੂੰ ਸਦਾਮ ਦੀ ਤਾਨਾਸ਼ਾਹੀ ਤੋਂ ਮੁਕਤ ਕਰਾ ਦਿੱਤਾ ਗਿਆ। ਉਸ ਤੋਂ ਕੁਝ ਸਮੇਂ ਬਾਅਦ ਦਸੰਬਰ 13, 2003 ਵਿੱਚ US ਦੀ ਆਰਮੀ ਨੇ ਸਦਾਮ ਹੁਸੈਨ ਨੂੰ ਇੱਕ ਬੰਕਰ ਵਿੱਚੋਂ ਲੱਭ ਲਿਆ ਅਤੇ ਉਸ ਦੇ ਵਾਰ ਕ੍ਰਾਈਮ ਅਤੇ ਇਨਸਾਨੀਅਤ ਨੂੰ ਖਤਰੇ ਵਿੱਚ ਪਾਉਣ ਦੇ ਕਈ ਮੁਕੱਦਮੇ ਚੱਲੇ ਅਤੇ ਅਖੀਰ 30 ਦਸੰਬਰ 2006 ਨੂੰ ਸਦਾਮ ਹੁਸੈਨ ਨੂੰ ਫਾਂਸੀ ਉੱਤੇ ਚੜ੍ਹਾ ਦਿੱਤਾ ਗਿਆ ਅਤੇ ਇਸ ਤਰ੍ਹਾਂ ਇੱਕ ਤਾਨਾਸ਼ਾਹ ਦਾ ਅੰਤ ਹੋ ਗਿਆ। ਲੇਕਿਨ ਬਹੁਤ ਸਾਰੇ ਲੋਕ ਮੰਨਦੇ ਨੇ ਕਿ 70s ਦਾ ਜਿਹੜਾ ਸਮਾਂ ਸੀ ਉਹ ਇਰਾਕ ਲਈ ਇੱਕ ਗੋਲਡਨ ਪੀਰੀਅਡ ਸੀਗਾ।